ਤੁਸੀਂ ਵੇਖ ਰਹੇ ਹੋ BBC ਪੰਜਾਬ TV। ਟੀਚਰਾਂ ਨੂੰ 4 ਮਹੀਨਿਆਂ ਤੋਂ ਪੂਰੀ ਸੈਲਰੀ ਨਾ ਮਿਲਣ ਤੇ ਗੁਰਦੁਆਰਾ ਰਕਾਬਗੰਜ ਦੇ ਬਾਹਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਲੋਨੀ ਦੀਆਂ ਟੀਚਰਾਂ ਨੇ ਦਿੱਤਾ ਧਰਨਾ। ਜੀ ਹਾਂ, ਇਹ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਦੀਆਂ ਹਨ, ਜਿੱਥੇ ਅੱਜ ਸਵੇਰ ਤੋਂ ਹੀ 7 ਵਜੇ ਦੇ ਕਰੀਬ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਲੋਨੀ ਦੇ ਸਕੂਲ ਦੀਆਂ ਟੀਚਰਾਂ ਨੇ 4 ਮਹੀਨੇ ਤੋਂ ਸੈਲਰੀ ਨਾ ਮਿਲਣ ਕਾਰਨ ਧਰਨਾ ਲਾਇਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ, ਪੂਰੀ ਰਾਤ ਬੀਤ ਜਾਣ ਦੇ ਬਾਅਦ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਮੈਂਬਰ ਇਹਨਾਂ ਟੀਚਰਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ। BBC ਪੰਜਾਬ TV ਲਈ ਦਿੱਲੀ ਤੋਂ ਸੁਖਦੇਵਪਾਲ ਸਿੰਘ ਦੀ ਰਿਪੋर्ट। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਤਕਰੀਬਨ 8 ਵਜੇ ਅੱਜ ਮੈਸੇਜ ਆਇਆ ਸੀ ਕਿ ਇੱਥੇ GHPS ਦੇ ਪੂਰਾ ਸਟਾਫ ਜਿਹੜਾ ਇੱਥੇ ਆਇਆ ਹੋਇਆ ਹੈ ਔਰ ਇੱਥੇ ਪ੍ਰੋਟੈਸਟ ਤੇ ਨਹੀਂ ਹੈਗਾ, ਲੇਕਿਨ ਉਹ ਆਪਣੀ ਸੈਲਰੀਜ਼ ਦੇ ਜਿਹੜੇ ਉਹਨਾਂ ਦੀ 4-4 ਮਹੀਨੇ ਤੋਂ ਡਿਊਜ਼ ਹੈਗੀਆਂ ਉਹਦੇ ਵਾਸਤੇ ਮੈਨੇਜਮੈਂਟ ਨੂੰ ਮਿਲਣ ਆਏ ਸੀ ਸਵੇਰੇ 11 ਵਜੇ। ਔਰ 11 ਵਜੇ ਤੋਂ ਇਹ ਇਸ ਵੇਲੇ 12 ਵੱਜ ਚੁੱਕੇ ਨੇ ਰਾਤ ਦੇ। ਤੁਸੀਂ ਸਮਝ ਸਕਦੇ ਹੋ ਸਾਰੇ ਘਰ ਦੀ ਲੇਡੀਜ਼ ਵੀ ਔਰ ਆਪਣੇ ਬੱਚਿਆਂ ਨੂੰ ਛੱਡ ਕੇ ਜੈਂਟਸ ਵੀ 12:30 ਹੋ ਰਹੇ ਨੇ। ਉਹ ਸਭ ਛੱਡ ਕੇ ਇਸ ਵੇਲੇ ਇੱਥੇ ਬੈਠੇ ਹੋਏ ਨੇ, ਸਿਰਫ ਇਸ ਆਸ ਦੇ ਵਿੱਚ ਕਿ ਕੋਈ ਮੈਨੇਜਮੈਂਟ ਦਾ ਬੰਦਾ ਆਏਗਾ ਔਰ ਉਹਨਾਂ ਨੂੰ ਉਹਨਾਂ ਦੀ ਸੈਲਰੀਜ਼ ਦੀ ਰਿਲੀਜ਼ ਕਰਨ ਦੀ ਆਸ਼ਵਾਸਨ ਦੇਗਾ। ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀਰ ਜੀ ਕਿ ਇਹਨਾਂ ਨੇ 11:30 ਵਜੇ ਦੇ ਸਵੇਰੇ ਧੁੱਪ 'ਚ ਇੱਥੇ ਬੈਠੇ ਨੇ ਸਵੇਰੇ, ਉਸ ਵੇਲੇ ਵੀ ਇਹਨਾਂ ਨੇ ਇੱਥੇ ਆਨਲਾਈਨ ਕਲਾਸਿਸ ਬੱਚਿਆਂ ਦੀ ਲਈ ਨੇ। ਇਹ ਕਲੀਅਰ ਦਰਸਾਉਂਦਾ ਹੈ ਕਿ ਟੀਚਰਸ ਦੀ ਇੰਟੈਂਸ਼ਨ ਬੜੀ ਕਲੀਅਰ ਹੈ। ਔਰ ਇਹਦੇ ਵਿੱਚ ਜਿਹੜਾ ਸਟਾਫ ਇੱਥੇ ਬੈਠਾ ਹੈ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਨੀਡੀ ਹੋਏਗਾ ਜਾਂ ਕਿਸ ਤਰ੍ਹਾਂ ਹੋਏਗਾ ਕਿ ਜਿਹੜਾ ਐਪੀਡੈਮਿਕ ਟਾਈਮ ਚੱਲ ਰਿਹਾ, ਜਿਹੜਾ ਹੈ ਇਸ ਵੇਲੇ ਇੰਨੀ ਮਹਾਮਾਰੀ ਚੱਲ ਰਹੀ ਹੈ, ਉਹ ਸਾਰਾ ਆਪਣਾ ਰਿਸਕ ਲੈ ਕੇ ਆਪਣੀ ਜਾਨ ਦਾ ਇੱਥੇ ਸਾਰਾ ਸਟਾਫ ਬੈਠ ਕੇ ਬੇਨਤੀ ਕਰਨ ਵਾਸਤੇ ਗੁਰੂ ਘਰ 'ਚ ਬੈਠਾ ਹੋਇਆ ਸੀ। ਗੁਰੂ ਸਾਹਿਬ ਦੇ ਦਰਬਾਰ ਤੇ ਬਹਿ ਕੇ ਇਹ ਅਰਦਾਸ ਕਰੀ ਜਾ ਰਹੇ ਨੇ ਕਿ ਕੋਈ ਮੈਨੇਜਮੈਂਟ ਦਾ ਬੰਦਾ ਆਏ। ਔਰ ਮੈਂ ਸਮਝਦਾ ਕਿ ਕਿਸੇ ਨੂੰ ਤੇ ਦਿਲ ਦੇ ਵਿੱਚ ਇਹੋ ਜਿਹੀ ਆਵਾਜ਼ ਜਾਗਣੀ ਚਾਹੀਦੀ ਸੀ ਕਿ ਉਹ ਇੱਥੇ ਆ ਕੇ ਇਹਨਾਂ ਦੀ ਕੋਈ ਪੁਕਾਰ ਸੁਣਨ, ਹੋਰ ਕੁਝ ਨਹੀਂ ਸੀ। ਇੱਥੇ ਆ ਕੇ ਇਹੀ ਇਹਨਾਂ ਨੂੰ ਆਸ਼ਵਾਸਨ ਦੇਣ ਕਿ ਹਾਂ ਮੈਡਮ, ਸਵੇਰੇ ਤੁਹਾਡੇ ਇੱਥੇ ਜਿੰਨੀ ਵੀ ਸੈਲਰੀ ਹੈ ਤੁਹਾਡੀ ਉਹ ਰਿਲੀਜ਼ ਕਰਤੀ ਜਾਏਗੀ। ਲੇਕਿਨ ਕੀ ਕਾਰਨ ਹੈ ਇਸ ਵੇਲੇ ਹੁਣ ਤੁਹਾਨੂੰ ਜਾਣੀ ਕਿ ਰਾਤ ਦੇ 1:30 ਵੱਜ ਚੁੱਕੇ ਨੇ ਕਿ ਹਾਲੇ ਤੱਕ ਵੀ ਜਿਹੜਾ ਹੈਗਾ ਹੈ ਕਿ ਅਸੀਂ ਧਰਨਾ ਦੇ ਕੇ ਬੈਠੇ ਹੋਏ ਹਾਂ? ਵੀਰ ਜੀ, ਧਰਨਾ ਨਹੀਂ ਦੇ ਕੇ ਬੈਠੇ ਹੋ, ਇਹ ਤੇ ਆਪਣੀ ਮੰਗਾਂ ਲੈ ਕੇ ਇੱਥੇ ਬੈਠੇ ਹੋਏ ਨੇ, ਕਿਉਂਕਿ ਇਹਨਾਂ ਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ। 4-4 ਮਹੀਨੇ ਦੀ ਵੀਰ ਜੀ, ਤੁਸੀਂ ਬੁਰਾ ਨਾ ਮੰਨਣਾ, ਤੁਸੀਂ ਵੀ ਰੋਜ਼ਗਾਰ ਕਰ ਰਹੇ ਹੋ, ਤੁਸੀਂ ਵੀ ਆਪਣਾ ਕਾਰੋਬਾਰ ਕਰ ਰਹੇ ਹੋ। ਅਗਰ 4-4 ਮਹੀਨੇ ਦੇ ਵਿੱਚ ਇਸ ਐਪੀਡੈਮਿਕ ਦੇ ਵਿੱਚ ਤੁਹਾਡੇ ਕੋਲ ਅਗਰ ਪੈਸਾ ਨਹੀਂ ਹੈ, ਤੁਸੀਂ ਸਮਝ ਸਕਦੇ ਹੋ ਕਿਸ ਤਰ੍ਹਾਂ ਸਾਡੇ ਘਰ ਚੱਲ ਰਹੇ ਨੇ। ਔਰ ਇਹਨਾਂ ਟੀਚਰਾਂ ਦਾ ਕੀ ਹਾਲ ਹੈ, ਛੋਟੇ ਬੱਚੇ ਛੱਡ ਕੇ ਇੱਥੇ ਬੈਠੀਆਂ ਨੇ। ਔਰ ਇਸ ਵੇਲੇ ਹਾਲ ਦੇਖੋ ਤੁਸੀਂ, ਕਿਹੜੀ ਹਨੇਰੀ ਰਾਤ ਹੋ ਰਹੀ ਹੈ, ਇਸ ਵੇਲੇ ਬਿਲਕੁਲ ਗਰਮੀ ਦੇ ਵਿੱਚ ਬੈਠ ਕੇ ਇੱਥੇ ਜਿਹੜਾ ਹੈ ਆਪਣਾ ਟਾਈਮ ਜਿਹੜਾ ਬਤੀਤ ਕਰਕੇ ਇਸ ਆਸ ਵਿੱਚ ਬੈਠੀਆਂ ਨੇ ਕਿ ਕੋਈ ਮੈਨੇਜਮੈਂਟ ਦਾ ਬੰਦਾ ਇੱਥੇ ਆਏਗਾ ਔਰ ਇਹਨਾਂ ਨੂੰ ਇਹ ਆਸ਼ਵਾਸਨ ਦੇਗਾ ਕਿ ਹਾਂ ਤੁਹਾਡੀ ਸੈਲਰੀ ਜਿਹੜੀ ਸਵੇਰੇ ਤੋਂ ਰਿਲੀਜ਼ ਕਰ ਦਾਂਗੇ ਅਸੀਂ। ਲੇਕਿਨ ਕਿੰਨੀ ਕੁ ਸੈਲਰੀ ਦੀ ਜਿਹੜੀ ਹੈਗੀ ਹੈ ਕਮੀ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ? ਵੀਰ ਜੀ, ਇਸ ਵੇਲੇ ਜਿਹੜਾ ਹੈ ਜੋ ਮੈਨੂੰ ਹੁਣੇ ਸੁਣਨ ਨੂੰ ਪਤਾ ਲੱਗਾ ਸਟਾਫ ਤੋਂ 4 ਮਹੀਨੇ ਦੀ ਸੈਲਰੀ ਜਿਹੜੀ ਹੈ ਇਹਨਾਂ ਦੀ ਪੈਂਡਿੰਗ ਚੱਲ ਰਹੀ ਹੈ। ਤੇ ਹੁਣ ਤੁਸੀਂ ਅਗਰ ਜੇ ਮੰਨ ਲਓ ਹੁਣ ਕਿੰਨੇ ਵਜੇ ਤੱਕ ਇਸ ਤਰ੍ਹਾਂ ਇਹ ਬੈਠੇ ਰਹਿਣਗੇ? ਵੀਰ ਜੀ, ਇਹ ਤੇ ਸਾਹਸ ਵਿੱਚ ਬੈਠੇ ਨੇ ਔਰ ਇਹ ਜਿੱਤੇ ਵੀ ਬੈਠੇ ਨੇ ਕਿ ਇਹਨਾਂ ਦੀ ਇਹ ਇੱਕ ਸਮਝ ਲਓ ਕਿ ਪਿਆਰ ਵਾਲੀ ਜਿਹੜੀ ਆਪਣੀ ਪਰਿਵਾਰਿਕ ਜਿਹੜੇ ਇਹਨਾਂ ਦੇ ਮੈਨੇਜਮੈਂਟ ਦੇ ਜਿਹੜੇ ਸੀਨੀਅਰਸ ਹੈਗੇ ਉਹਨਾਂ ਤੋਂ ਇੱਕ ਇਹਨਾਂ ਦੀ ਮੰਗ ਹੈਗੀ ਕਿ ਅਸੀਂ ਤਦ ਤੱਕ ਬੈਠੇ ਜਦ ਤੱਕ ਇੱਥੇ ਆ ਕੇ ਸਾਨੂੰ ਕੋਈ ਆਸ਼ਵਾਸਨ ਨਹੀਂ ਦਿੰਦਾ ਜਾਂ ਸਾਨੂੰ ਸੈਲਰੀ ਰਿਲੀਜ਼ ਕਰਨ ਵਾਸਤੇ ਇਹ ਨਹੀਂ ਕਿਹਾ ਜਾਂਦਾ ਕਿ ਹਾਂ ਸਵੇਰੇ ਤੁਹਾਡੀ ਸੈਲਰੀ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਲੇਕਿਨ ਸਵੇਰ ਤੋਂ ਲੈ ਕੇ ਹੁਣ ਕਿੰਨੇ ਵਜੇ ਤੱਕ ਦਾ ਜਿਹੜਾ ਬੈਠੇ ਹੋਏ? ਵੀਰ ਜੀ, ਹਾਲੇ ਤੇ ਬੈਠੇ ਹਨ, ਇਹ ਤੇ ਵੇਟ ਕਰਨਗੇ ਜਦ ਤੱਕ ਕੋਈ ਆਂਦਾ ਨਹੀਂ ਤਦ ਤੱਕ ਇਹ ਸਾਰਾ ਸਟਾਫ ਇੱਥੇ ਬੈਠਾ ਹੋਇਆ। ਤੇ ਜੇ ਬਾਈ ਜਾਵੇ ਇਸ ਤਰ੍ਹਾਂ ਹੈ ਕਿ ਜੇਕਰ 2 ਦਿਨ ਜਾਂ 3 ਦਿਨ ਵੀ ਇਹਦੇ ਨਾਲ ਬੈਠਣਾ ਪੈ ਗਿਆ ਤੇ ਵੀਰ ਜੀ, ਮੈਂ ਤੇ ਗੁਰੂ ਸਾਹਿਬ ਅੱਗੇ ਇਹੀ ਅਰਦਾਸ ਕਰਾਂਗਾ ਕਿ ਉਹਨਾਂ ਨੂੰ ਸਮੱਤ ਬਖਸ਼ ਦੇਣ ਸਾਡੀ ਮੈਨੇਜਮੈਂਟ ਕਮੇਟੀ ਨੂੰ, ਕਿ ਉਹ ਆਪਣਾ ਆ ਕੇ ਇਹਨਾਂ ਦਾ ਦਰਦ ਸਮਝਣ। ਔਰ ਇਹਨਾਂ ਨੂੰ ਔਰ ਦਿੱਲੀ ਦੀ ਸੰਗਤ ਨੂੰ ਵੀ ਮੈਂ ਬੇਨਤੀ ਕਰਦਾ ਕਿ ਸੰਗਤ ਜੀ, ਤੁਸੀਂ ਆਪਣੇ ਇਲਾਕੇ ਦੇ ਜਿਹੜੇ ਤੁਹਾਡੇ ਮੈਂਬਰ ਹਨ, ਕਿਉਂਕਿ ਤੁਸੀਂ ਆਪ ਵੀ ਸਾਰੇ ਪਰਿਵਾਰ ਵਾਲੀ ਸੰਗਤ ਹੈਗੀ ਹੈ, ਸਮਝ ਸਕਦੇ ਹੋ ਇੱਕ ਔਰਤਾਂ ਦਾ ਦਰਦ ਕੀ ਹੈ, ਜਾਂ ਹੋਰ ਜਿਹੜੇ ਮੇਲ ਮੈਂਬਰਸ ਇੱਥੇ ਬੈਠੇ ਨੇ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਵੇਲੇ ਇੰਨੀ ਗਰਮੀ ਦੇ ਵਿੱਚ ਇੱਥੇ ਐਪੀਡੈਮਿਕ ਦੇ ਵਿੱਚ ਵੀ ਆ ਕੇ ਬੈਠੇ ਹੋਏ ਨੇ। ਆਪ ਆਪਣੇ ਇਲਾਕੇ ਦੇ ਮੈਂਬਰ ਜਿਹੜੇ ਵੀ ਬਾਦਲ ਦਲ ਦੇ ਜਿੱਤੇ ਹੋਏ ਨੇ ਉਹਨਾਂ ਨੂੰ ਤੁਸੀਂ ਇਸ ਪ੍ਰੈਸ਼ਰਾਈਜ਼ ਕਰੋ ਕਿ ਉਹ ਜਾ ਕੇ ਪ੍ਰਧਾਨ ਜਨਰਲ ਸੈਕਟਰੀ ਨੂੰ ਕਹਿਣ ਕਿ ਇਸ ਵੇਲੇ ਆ ਕੇ ਇਸ ਵੇਲੇ ਇੱਥੇ ਆਉਣਾ ਚਾਹੀਦਾ ਹੈ ਸਿਰਸਾ ਸਾਹਿਬ ਨੂੰ ਆ ਕੇ ਦੇਖੋ, ਕਿਉਂਕਿ ਇਹ ਟੀਚਰਸ ਜਿਹੜੇ ਸਟਾਫ ਹਨ ਇਹ ਉਹਨਾਂ ਦੇ ਪਰਿਵਾਰ ਦਾ ਹਿੱਸਾ ਹਨ। ਔਰ ਉਹਨਾਂ ਨੂੰ ਪਰਿਵਾਰ ਦੀ ਜਿਸ ਤਰ੍ਹਾਂ ਅਗਰ ਉਹਨਾਂ ਦੇ ਆਪਣੇ ਪਰਿਵਾਰ ਦੀ ਕਿਸੇ ਫੀਮੇਲ ਮੈਂਬਰ ਜਾਂ ਕਿਸੇ ਬੱਚੇ ਨੂੰ ਕੋਈ ਦਿੱਕਤ ਹੋ ਜਾਏਗੀ, ਉਹਦਾ ਦਰਦ ਸੁਣਨਗੇ। ਇਸੇ ਤਰ੍ਹਾਂ ਇਹਨਾਂ ਦਾ ਵੀ ਦਰਦ ਉਹਨਾਂ ਨੂੰ ਸਮਝਣਾ ਚਾਹੀਦਾ ਔਰ ਇੱਥੇ ਆ ਕੇ ਉਹ ਕਲੀਅਰ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਵਿੰਦਰ ਸਿੰਘ ਬੋਬੀ ਆਪ ਜੀ ਦੇ ਰੂਬਰੂ ਇਸ ਕਰਕੇ ਹੋ ਰਿਹਾ ਵਾਂ। ਦੇਸ਼ ਵਿਦੇਸ਼ ਦੀ ਸੰਗਤਾਂ ਅੱਜ ਬੜੀ ਹੈਰਾਨ ਹੋਣਗੀਆਂ ਕਿ ਅੱਜ ਅੱਧੀ ਰਾਤ ਨੂੰ ਕੀ ਐਵੇਂ ਦਾ ਹੋਇਆ ਕਿ ਸਾਨੂੰ ਲਾਈਵ ਹੋਣਾ ਪੈ ਰਿਹਾ ਹੈ। ਤੁਸੀਂ ਅੱਜ ਦੇਖੋ, ਪਿਛਲੇ 4 ਮਹੀਨਿਆਂ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਕੂਲਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਜਿਹਦੇ ਕਰਕੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਮੁਹਤਾਜ ਹੋਣਾ ਪਿਆ ਸੜਕਾਂ 'ਤੇ ਆਉਣ ਵਾਸਤੇ। ਲੇਕਿਨ ਕਿਸੇ ਵੀ ਪ੍ਰਧਾਨ ਜਾਂ ਸਕੱਤਰ ਨੇ ਦਿੱਲੀ ਗੁਰਦੁਆਰਾ ਦੇ ਉਹਨਾਂ ਨੇ ਆ ਕੇ ਇਹਨਾਂ ਦੀ ਸੁੱਧ ਨਹੀਂ ਲਿੱਤੀ ਹੈਗੀ। ਅਤੇ ਸਾਨੂੰ ਅੱਜ ਸੋਚਣਾ ਪਏਗਾ ਕਿ ਜਿੱਥੇ ਸਾਡੇ ਗੁਰੂਆਂ ਨੇ ਆਉਣ ਵਾਲੀ ਪਨੀਰੀ ਨੂੰ ਸੰਭਾਲਣਾ ਸੀ, ਅੱਜ ਉਹਨਾਂ ਨੂੰ ਖੁਦ ਸੜਕਾਂ 'ਤੇ ਰੁਲਣਾ ਪੈ ਰਿਹਾ। ਲੇਕਿਨ ਮੈਂ ਤਾਰੀਫ ਕਰਾਂਗਾ ਸਾਡੇ ਟੀਚਰਾਂ ਦੀ ਵੀ, ਜਿਹੜੇ ਅੱਜ ਸਵੇਰੇ 11 ਵਜੇ ਤੋਂ ਬੈਠੇ ਹੋਏ ਸੀ, ਅੱਜ ਰਾਤੀ 1:30 ਵੱਜ ਚੁੱਕਾ ਹੈਗਾ। ਉਹਨਾਂ ਨੇ ਆਪਣੀ ਜਿਹੜੀ ਕਲਾਸਾਂ ਦੀ ਜ਼ਿੰਮੇਵਾਰੀ ਹੈ ਉੱਧਰ ਬੈਠ ਕੇ ਵੀ ਲਿੱਤੀਆਂ ਹੈਗੀਆਂ ਨੇ। ਅਤੇ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ
ਜਿਹੜਾ ਗੁਰਦੁਆਰਾ ਕਮੇਟੀ ਦੇ ਕੰਮ ਹੈਗੇ ਨੇ ਉਹਨਾਂ ਨੂੰ ਸਮਝਿਆ ਜਾਏ, ਜਿਹੜੀ ਉਹਨਾਂ ਦੀ ਜ਼ਿੰਮੇਵਾਰੀਆਂ ਹੈ ਅਦਾਰਿਆਂ ਦੀਆਂ, ਉਹਨਾਂ ਨੇ ਜਿਹੜੇ ਉਹਨਾਂ ਨੂੰ ਨਿਸਤੋ ਨਾਬੂਦ ਕੀਤਾ ਹੋਇਆ ਹੈ ਉਹਨਾਂ ਵੱਲ ਧਿਆਨ ਦੇਣ। ਅਗਰ ਨਹੀਂ ਦੇ ਸਕਦੇ ਤੇ ਆਪ ਲਾਂਬੇ ਹੋਣ ਤੇ ਅਗਲੀ ਕਮੇਟੀ ਨੂੰ ਆ ਕੇ ਆਪਣੀ ਜ਼ਿੰਮੇਵਾਰੀ ਸੌਂਪਣ ਤਾਂ ਕਿ ਇਹਨਾਂ ਦੇ ਘਰ ਪਰਿਵਾਰ ਚੱਲ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ ਜੀ? ਦਵਿੰਦਰਪਾਲ ਸਿੰਘ। ਆਪਣਾ ਮਾਈਕ ਤੇ ਦਵਿੰਦਰਪਾਲ ਸਿੰਘ ਜੀ, ਇਸ ਟਾਈਮ 1:30 ਵੱਜ ਚੁੱਕੇ ਹੋਏ ਆ ਤੇ ਹਜੇ ਤੱਕ ਵੀ ਆਪਾਂ ਨੂੰ ਕੋਈ ਵੀ ਇੱਕ ਮੈਂਬਰ ਦਿੱਲੀ ਕਮੇਟੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਹੀਂ ਅਜੇ ਤੱਕ ਆਇਆ, ਤੇ ਕੀ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਇਦਾਂ ਦਾ ਕਿਵੇਂ ਚੱਲੇਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਭ ਲੋਕਾਂ ਨੇ ਫੇਸਬੁੱਕ ਤੇ ਦੇਖਿਆ ਕਿ ਸਵੇਰ ਤੋਂ ਟੀਚਰਸ ਜਿਹੜੀਆਂ ਨੇ ਇੱਥੇ ਹੇਮਕੁੰਟ ਕਲੋਨੀ ਦੀਆਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਟੀਚਰਸ ਇੱਥੇ ਬੈਠੀਆਂ ਨੇ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਤੇ ਔਰ ਇਹ ਸਾਡਾ ਸਾਰੀ ਸੰਗਤ ਦਾ ਫਰਜ਼ ਬਣਦਾ ਹੈ ਕਿ ਇਸ ਮੌਕੇ ਦੇ ਉੱਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਹੋਈਏ, ਕਿਉਂਕਿ ਇਹ ਭੀੜ ਸਾਰੀ ਦੁਨੀਆ ਦੇ ਉੱਤੇ ਹੈ। ਢਿੱਡ ਸਾਰਿਆਂ ਦੇ ਨਾਲ ਲੱਗੇ ਨੇ। ਜਿਹੜੇ ਬੱਚਿਆਂ ਨੇ ਫੀਸਾਂ ਨਹੀਂ ਦਿੱਤੀਆਂ ਉਹਨਾਂ ਦੇ ਉੱਤੇ ਵੀ ਕੋਈ ਔਕੜ ਆਈ ਹੈ ਤਾਂ ਹੀ ਤੇ ਉਹ ਫੀਸਾਂ ਨਹੀਂ ਦੇ ਪਾ ਰਹੇ। ਤੇ ਜੇ ਅਸੀਂ ਇੰਨੇ ਸਾਲ ਆਪਣੇ ਸੰਸਥਾਨ, ਆਪਣੇ ਐਜੂਕੇਸ਼ਨਸ ਸਕੂਲਸ ਅਸੀਂ ਚਲਾ ਚੁੱਕੇ ਹਾਂ ਤੇ ਅਸੀਂ ਅਗਰ 1 ਮਹੀਨੇ ਦੀ ਫੀਸ ਜਾਂ 2 ਮਹੀਨੇ ਦੀ ਫੀਸ ਵੀ ਅਸੀਂ ਆਪਣੇ ਕੋਲੋਂ ਕਮੇਟੀ ਦੇ ਸਿਰ ਦੇ ਉੱਤੇ ਨਹੀਂ ਦੇ ਸਕਦੇ। ਜਿੱਥੇ ਤੱਕ ਅਸੀਂ ਦੇਖਦੇ ਹਾਂ ਕਿ ਬਹੁਤ ਸਲਾਦਾ ਜੋ ਕੰਮ ਵੀ ਕੀਤੇ ਨੇ ਪ੍ਰਬੰਧਕ ਕਮੇਟੀ ਨੇ, ਬਹੁਤ ਸਲਾਦਾ ਜੋ ਕੰਮ ਨੇ, ਬਹੁਤ ਲੰਗਰ ਗਿਆ ਹੈ। ਹੁਣੇ ਮੈਂ ਕੱਲ੍ਹ ਪਰਸੋਂ ਫਿਰ ਦੇਖਿਆ ਕਿ ਇਹਨਾਂ ਨੇ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਹੈ। ਜੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰ ਸਕਦੇ ਹਾਂ ਤੇ ਕੋਈ ਇੱਕ ਅੱਧਾ ਕੰਮ ਅਸੀਂ ਇਹਨਾਂ ਟੀਚਰਾਂ ਵਾਸਤੇ ਵੀ ਕਰ ਦਈਏ ਤਾਂ ਕਿ ਇਹਨਾਂ ਦੇ ਘਰ ਦੀ ਵੀ ਰੋਟੀ ਚੱਲ ਜਾਏ। ਬਹੁਤ ਜ਼ਰੂਰੀ ਹੈ ਇਹਨਾਂ ਦੀ। ਭਾਵੇਂ ਮੈਂ ਇਹ ਨਹੀਂ ਕਹਿ ਰਿਹਾ ਕਿ ਪੂਰੀ ਅਗਰ 3 ਮਹੀਨੇ ਜਾਂ 4 ਮਹੀਨੇ ਦੀ ਸੈਲਰੀ ਪੈਂਡਿੰਗ ਹੈ। ਮੈਂ ਇੱਥੇ ਆ ਕੇ ਸੁਣਿਆ ਕਿ ਇਹਨਾਂ ਨੂੰ ਹੁਣੇ ਫਰਵਰੀ ਮਾਰਚ ਦੀ ਸੈਲਰੀ ਜਿਹੜੀ ਹੈ ਉਹ ਮਈ ਦੇ ਵਿੱਚ ਜਾ ਕੇ ਮਿਲੀ ਹੈ ਤੇ ਅਪ੍ਰੈਲ, ਮਈ, ਜੂਨ, ਜੁਲਾਈ ਅੱਧਾ ਹੋ ਗਿਆ ਅੱਜ। ਤੇ ਜੇ ਚਲੋ ਅਸੀਂ ਨਹੀਂ ਕਹਿ ਰਹੇ ਕਿ ਸਾਰੀ ਸੈਲਰੀ ਮਿਲਣੀ ਚਾਹੀਦੀ ਹੈ ਕਿਉਂਕਿ ਸਾਰਿਆਂ ਦੇ ਉੱਤੇ ਪਰੇਸ਼ਾਨੀ ਦਾ ਸਬਬ ਹੈ, ਪਰ ਲੇਕਿਨ ਇੱਕ ਮਹੀਨੇ ਦੇ ਵਿੱਚੋਂ ਅਗਰ 50% 60% ਸੈਲਰੀ ਅਗਰ ਦੇ ਦੇਣ ਤੇ ਉਹਨਾਂ ਦੇ ਵੀ ਵਿਚਾਰਿਆਂ ਦੇ ਬਾਲ ਬੱਚੇ ਨੇ। ਜਿਸ ਤਰ੍ਹਾਂ ਵੀ ਕਾਰ ਹਰ ਕਿਸੇ ਨੇ ਚਲਾਉਣੀ ਹੈ, ਕਿਸੇ ਦੀ ਇੰਸਟਾਲਮੈਂਟਸ ਨੇ। ਅਗਰ ਮੈਂ ਆਪਣੀ ਗੱਲ ਕਰਾਂ ਕਿ ਮੈਂ ਇੱਕ ਐਜ਼ ਏ ਫੋਟੋਗ੍ਰਾਫਰ ਹਾਂ, ਆਮ ਸੰਗਤ ਵਕਨ ਫੇਸਬੁੱਕ ਤੋਂ ਦੇਖ ਕੇ ਆਇਆ। ਕਿਸੇ ਪਾਰਟੀ ਨਾਲ ਸਾਡਾ ਸੰਬੰਧ ਨਹੀਂ ਹੈ, ਅਸੀਂ ਕਿਸੇ ਨੂੰ ਸਪੋਰਟ ਨਹੀਂ ਕਰਦੇ। ਹਾਂ, ਬਟ ਲੇਕਿਨ ਜਦੋਂ ਕੌਮ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਔਕੜ ਆਈ ਹੈ ਤੇ ਜ਼ਰੂਰ ਸਿਰ ਢੱਕ ਕੇ ਜ਼ਰੂਰ ਅਸੀਂ ਖੜੇ ਹੋਏ ਹਾਂ। ਅਸੀਂ ਆਪਣੀ ਭੈਣਾਂ ਨਾਲ, ਆਪਣੇ ਭਰਾਵਾਂ ਨਾਲ ਜ਼ਰੂਰ ਅਸੀਂ ਖੜੇ ਹੋਵਾਂਗੇ ਤੇ ਅਸੀਂ ਪ੍ਰਬੰਧਕ ਕਮੇਟੀ ਅੱਗੇ ਜੋ ਵੀ ਇਸ ਸਾਰੀ ਚੀਜ਼ਾਂ ਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਤੇ ਉਹਨਾਂ ਅੱਗੇ ਇੱਕ ਰਿਕੁਐਸਟ ਕਰਾਂਗੇ ਕਿ ਪਲੀਜ਼ ਇਹਨਾਂ ਨੂੰ ਘੱਟੋ ਘੱਟ 1 ਜਾਂ 1.5 ਮਹੀਨੇ ਦੀ ਤਨਖਾਹ ਦੇ ਦਿੱਤੀ ਜਾਵੇ ਤਾਂ ਕਿ ਇਹਨਾਂ ਦਾ ਘਰ ਦਾ ਜਿਹੜਾ ਗੁਜ਼ਰ ਬਸਰ ਹੈ, ਜੋ ਇੰਸਟਾਲਮੈਂਟਸ ਨੇ, ਇਹ ਹਰ ਬੰਦਾ ਇਸ ਪਰੇਸ਼ਾਨੀ ਤੋਂ ਅੱਜ ਨਿਕਲ ਰਿਹਾ ਹੈ। ਮੈਂ ਵੀ ਇਸੇ ਪਰੇਸ਼ਾਨੀ ਤੋਂ ਨਿਕਲ ਰਿਹਾ। ਕੋਈ ਭਾਵੇਂ ਕਿੰਨਾ ਵੀ ਕੋਈ ਸਰਮਾਏਦਾਰ ਹੈ ਉਹ ਵੀ ਇਸੇ ਪਰੇਸ਼ਾਨੀ ਤੋਂ ਨਿਕਲ ਰਿਹਾ ਹੈ ਕਿ ਜਿੱਥੇ ਗਵਰਨਮੈਂਟਸ ਵੀ ਅੱਜ 10% ਜਾਂ 20% ਸੈਲਰੀ ਕੱਟ ਕੇ ਦੇ ਹੀ ਰਹੀ ਹੈ ਨਾ, ਚਾਹੇ ਜਿਸ ਤਰ੍ਹਾਂ ਵੀ ਦੇ ਰਹੀ ਹੈ। ਤੇ ਸਾਡੀਆਂ ਸੰਸਥਾਵਾਂ ਇੰਨੀਆਂ ਉੱਚੀਆਂ ਤੇ ਸੁੱਚੀਆਂ ਨੇ, ਇੰਨਾ ਸਾਡੇ ਕੋਲ ਇਨਫਰਾਸਟਰਕਚਰ ਹੈ, ਇੰਨਾ ਸਾਡੇ ਕੋਲ ਆਮਦਨ ਦੇ ਸੋਰਸਿਸ ਹੈਗੇ ਨੇ, ਤੇ ਅਗਰ ਅਸੀਂ ਇੰਨੇ ਖਰਚੇ ਕਰ ਸਕਦੇ ਹਾਂ ਤੇ ਫਿਰ ਇਹਨਾਂ ਵਿਚਾਰੇ ਸਾਡੇ ਜਿਹੜੇ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਐਜੂਕੇਟ ਕਰਨਾ ਹੈ, ਆਉਣ ਵਾਲੀ ਪਨੀਰੀ ਨੂੰ ਐਜੂਕੇਟ ਕਰਨਾ ਹੈ, ਤੇ ਜੇ ਉਹਨਾਂ ਦੇ ਬੱਚੇ ਭੁੱਖੇ ਰਹਿਣਗੇ ਤੇ ਉਹ ਕਿਸੇ ਦੇ ਬੱਚੇ ਨੂੰ ਕਿੱਦਾਂ ਪੜ੍ਹਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਸਕ੍ਰਾਈਬ ਕਰੋ BBC ਪੰਜਾਬ TV ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।